जान है तो जहान है जी। और पैसे असीं फिर भी कमा लांगे जे जींदे रहे तां जी। जे पैसे कमा भी लए तो जींदे ना रहे अपना कोई नुकसान करा लिया जी। उस तो वड्डी बेवकूफ़ी मैं नहीं समझदा। ਵੋਟਾਂ ਹੁੰਦੀਆਂ ਜਦੋਂ ਵੱਡੀਆਂ ਰੈਲੀਆਂ ਹੁੰਦੀਆਂ ਜਦੋਂ ਕਾਫੀ ਫੰਕਸ਼ਨ ਵੱਡੇ ਵੱਡੇ ਹੁੰਦੇ ਆ ਚਾਹੇ ਕੋਈ ਧਰਨਾ ਲੱਗਦਾ ਉੱਥੇ ਕੋਈ ਪਾਲਣਾ ਨਹੀਂ ਕੀਤੀ ਜਾਂਦੀ ਕਿ ਉੱਥੇ ਤਾਂ ਕਰੋਨਾ ਹੈ ਨਹੀਂ ਤੇ ਸਾਡੀਆਂ ਦੁਕਾਨਾਂ ਤੇ ਜਾਂ ਸਾਨੂੰ ਬੜੀ ਸਖਤੀ ਵਰਤ ਰਹੀ ਆ ਪੁਲਿਸ, ਇੱਥੇ ਕਰੋਨਾ ਕਿੱਥੋਂ ਆਇਆ? ਉਹ ਹੁਣ ਉਹਨਾਂ ਨੂੰ ਤਾਂ ਫੀਲਿੰਗ ਨਹੀਂ ਹੈਗੀ, ਉਹ ਤਾਂ ਹੈਲਥ ਵਾਈਜ਼ ਠੀਕ ਹੈਗੇ ਆ, ਪਰ ਨਾਲ ਦੀ ਨਾਲ ਇੱਕ ਤਰ੍ਹਾਂ ਨਾਲ ਉਹ ਬੰਬ ਦੀ ਤਰ੍ਹਾਂ ਕਹਿ ਲਈਏ ਵੀ ਉਹ ਫੈਲਾ ਰਹੇ ਆ ਉਹ। ਪਰ ਜਦੋਂ ਉਹਨਾਂ ਦੇ ਪੋਲੀਟੀਕਲ ਪ੍ਰੈਸ਼ਰ ਪੈ ਜਾਂਦਾ, ਕੋਈ ਕਹਿੰਦਾ ਜੀ ਅਸੀਂ ਐਮਐਲਏ ਸਾਹਿਬ ਦੇ ਖਾਸ ਬੰਦੇ ਆ, ਕੋਈ ਕਹਿੰਦਾ ਜੀ ਅਸੀਂ ਐਮਪੀ ਸਾਹਿਬ ਦੇ ਖਾਸ ਬੰਦੇ ਆ, ਕੋਈ ਕਹਿੰਦਾ ਜੀ ਮੈਂ ਕਿਸੇ ਪਾਰਟੀ ਦਾ ਪ੍ਰਧਾਨ ਆ, ਤਾਂ ਉਸ ਵੇਲੇ ਤੁਹਾਨੂੰ ਲੱਗਦਾ ਨਹੀਂ ਪੁਲਿਸ ਤੇ ਅਸਰ ਪੈਂਦਾ ਵੀ ਯਾਰ ਅਸੀਂ ਰਾਤ ਦਿਨ ਡਟੇ ਹੋਏ ਯਾਰ ਸਾਨੂੰ ਇਦਾਂ ਕਰ ਰਹੇ ਵੀ ਤੁਸੀਂ ਫੋਨ ਕਰ ਲਓ ਜੀ ਸਾਹਿਬ ਨਾਲ ਗੱਲ ਕਰ ਲਓ? ਪੁਲਿਸ ਦਾ ਜਦੋਂ ਅਸੀਂ ਵਰਦੀ ਪਾ ਲਈ ਨਾ ਜੀ, ਖਾਕੀ ਪਾ ਲਈ ਆ ਜੀ, ਔਰ ਮੰਨ ਕੇ ਚੱਲਦੇ ਹਾਂ ਅਸੀਂ ਵੀ ਸਾਡੇ ਤੇ ਬਹੁਤ ਸਾਰੇ ਪ੍ਰੈਸ਼ਰਸ ਆਣੇ ਆ, ਪਰ ਜਿਹੜੇ ਤੁਸੀਂ ਐਮਐਲਏ ਜਾਂ ਐਮਪੀ ਦੀ ਗੱਲ ਕੀਤੀ ਆ ਸਾਰਿਆਂ ਦੀਆਂ ਨਿਗਾਹ ਟਿਕੀਆਂ ਸੀ ਕਿਉਂਕਿ ਇਹ ਕਾਫੀ ਵੱਡੇ ਜਿਹੜੇ ਹੋਟਲ ਸੀਗੇ, ਕਾਫੀ ਵੱਡੀਆਂ ਸ਼ਾਪ ਸੀਗੀਆਂ, ਚਾਹੇ ਉਹਦੇ ਵਿੱਚ ਕਾਫੀ ਜਿਹੜੇ ਇਨਵੋਲਵ ਸੀਗੇ ਬੰਦੇ ਉਹ ਵੀ ਬ੍ਰਾਂਡ ਸੀਗੇ ਸ਼ਹਿਰ ਦੇ, ਕੋਈ ਡਾਕਟਰ ਸਾਹਿਬਾਨ ਸੀਗੇ, ਕੋਈ ਬਿਜ਼ਨਸਮੈਨ ਵੱਡੇ ਸੀਗੇ। ਲੱਗ ਰਿਹਾ ਸੀ ਵੀ ਮਾਮਲਾ ਦੱਬ ਦੁੱਬ ਜਾਣਾ ਹੈਗਾ, ਵੀ ਕੋਈ ਨਾ ਕੋਈ ਸਪਾਰਸ਼ ਜਾਂ ਪ੍ਰੈਸ਼ਰ ਪੈ ਜਾਣਾ ਪੁਲਿਸ ਤੇ। ਨਹੀਂ ਤਾਂ ਸਾਡੇ ਲਈ ਸਾਰੇ ਇੱਕੋ ਜਿਹੇ ਹੀ ਆ, ਬੇਸ਼ੱਕ ਉਹ ਵੱਡਾ ਕੋਈ ਵਪਾਰੀ ਆ ਚਾਹੇ ਉਹ ਰੇਹੜੀ ਲਾਉਣ ਵਾਲਾ ਆ। ਫਗਵਾੜੇ ਦੀਆਂ ਸਿਆਸੀ ਪਾਰਟੀਆਂ ਭਾਵੇਂ ਕੋਈ ਵੀ ਲਾ ਲਓ, ਕਾਂਗਰਸ ਬੀਜੇਪੀ ਅਕਾਲੀ, ਕੋਈ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਹੇ, ਉਹ ਵੱਡੇ ਇਕੱਠ ਵੀ ਕਰ ਰਹੇ ਹੈਗੇ ਆ। ਉਹ ਵੱਡੀਆਂ ਜਦੋਂ ਕੋਈ ਆਹ ਵੋਟਰ ਲਿਸਟਾਂ ਨੂੰ ਲੈ ਕੇ ਨਾਅਰੇਬਾਜ਼ੀ ਧਰਨੇ ਲਾਉਂਦੇ ਉਦੋਂ ਕਾਫੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਜਾ ਰਹੇ ਹੈਗੇ ਆ। ਹੁਣ ਤਾਂ ਈਵਨ ਕਿ ਰੂਲਿੰਗ ਪਾਰਟੀਜ਼ ਨੇ ਵੀ ਕਹਿ ਦਿੱਤਾ ਵੀ ਹਾਲੇ ਜਦੋਂ ਤੱਕ ਇਹ ਕਰੋਨਾ ਹੈਗਾ ਵੀ ਕੋਈ ਵੀ ਨੁੱਕੜ ਮੀਟਿੰਗ ਜਾਂ ਕੋਈ ਹਾਲੇ ਆਪਾਂ ਨਹੀਂ ਕਰਨੀ ਆ, ਉਹਨਾਂ ਨੇ ਬੰਦ ਕੀਤੀਆਂ ਹੋਈਆਂ। You are watching now HD Show। HD ਸ਼ੋ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਦੀਪ ਸਿੰਘ ਤੱਗੜ ਤੇ ਕਰੋਨਾ ਮਹਾਮਾਰੀ ਬੜੇ ਜ਼ੋਰਾਂ ਸ਼ੋਰਾਂ ਨਾਲ ਫੈਲ ਰਹੀ ਹੈ, ਜਿਸ ਵਿੱਚ ਲੋਕਾਂ ਨੂੰ ਸਰਕਾਰ ਵੱਲੋਂ ਕਾਫੀ ਸਖਤ ਹਦਾਇਤਾਂ ਵੀ ਕੀਤੀਆਂ ਜਾ ਰਹੀਆਂ ਤੇ ਉਹਨਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਤੁਸੀਂ ਆਪਣੇ ਬਚਾਅ ਦੇ ਲਈ ਜਿਹੜੀਆਂ ਕਾਨੂੰਨ ਦੀ ਪਾਲਣਾ ਕੀਤੀ ਜਾਵੇ। ਜੇਕਰ ਆਪਾਂ ਮੰਨਿਆ ਜਾਵੇ ਪਿਛਲੇ ਸਾਲ ਵੀ ਦੇਖਿਆ ਜਦੋਂ ਕਰੋਨਾ ਮਹਾਮਾਰੀ ਵਧੀ ਸੀ, ਸਭ ਤੋਂ ਪਹਿਲਾਂ ਜਿਹੜਾ ਅਹਿਮ ਰੋਲ ਰਿਹਾ ਫਰੰਟ ਲਾਈਨ ਵਜੋਂ ਪੰਜਾਬ ਪੁਲਿਸ ਨੇ ਬਹੁਤ ਵੱਡਾ ਰੋਲ ਨਿਭਾਇਆ ਸੀ। ਜਿੱਥੇ ਲੋਕ ਭੁੱਖੇ ਰਹੇ ਸਨ, ਜਿੱਥੇ ਲੋਕਾਂ ਨੂੰ ਖਾਣਾ ਨਹੀਂ ਮਿਲਿਆ ਸੀ, ਉੱਥੇ ਆਪ ਜਾ ਕੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਤੱਕ ਖਾਣਾ ਵੀ ਮੁਹੱਈਆ ਕਰਾਇਆ ਸੀ। ਹੁਣ ਸਾਡੇ ਨਾਲ ਫਗਵਾੜਾ ਤੋਂ ਐਸਪੀ ਸਰਦਾਰ ਸਰਬਜੀਤ ਸਿੰਘ ਬਾਈਆ ਜੀ ਸਾਇੰਸ ਦੀ ਸਟੂਡੀਓ ਵਿਖੇ ਪਹੁੰਚਿਆ, ਜਿਨ੍ਹਾਂ ਦਾ ਅਹਿਮ ਰੋਲ ਹੈਗਾ। ਜਦੋਂ ਤੋਂ ਇਹਨਾਂ ਨੇ ਫਗਵਾੜਾ ਦੇ ਵਿੱਚ ਆਪਣਾ ਕਾਰਜਕਾਲ ਸੰਭਿਆ ਉਸ ਸਮੇਂ ਤੋਂ ਹੀ ਲੋਕਾਂ ਦੀ ਸੇਵਾ ਵਿੱਚ ਡਟੇ ਹੋਏ ਆ। ਅੱਜ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਨੂੰ ਅਹਿਮ ਜਾਣਕਾਰੀਆਂ ਦਿੱਤੀਆਂ ਜਾਈਏ। ਜਿਹੜਾ ਲੋਕਡਾਊਨ ਲੱਗਾ ਹੋਇਆ, ਨਾਈਟ ਕਰਫਿਊ ਹੈਗਾ ਆ, ਉਹਦੇ ਬਾਰੇ ਕੀ ਪਾਲਣਾ ਕਰਨੀ ਆ, ਕਿਉਂਕਿ ਅਕਸਰ ਹੀ ਲੋਕਾਂ ਦੇ ਮਨਾਂ ਵਿੱਚ ਪਾਇਆ ਜਾਂਦਾ ਕਿ ਪੁਲਿਸ ਵੱਲੋਂ ਸਖਤੀ ਕੀਤੀ ਜਾ ਰਹੀ ਆ, ਉਹ ਵੀ ਅਸੀਂ ਅਹਿਮ ਸਵਾਲ ਕਰਾਂਗੇ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਸਾਂਝ ਦੀ ਸਟੂਡੀਓ 'ਚ। ਥੈਂਕ ਯੂ ਜੀ, ਥੈਂਕ ਯੂ ਸਰ। ਅਸੀਂ ਤੁਹਾਨੂੰ ਦੇਖਿਆ ਜਦੋਂ ਤੁਸੀਂ ਕਾਰਜਕਾਲ ਸੰਭਿਆ, ਕਾਫੀ ਪੁਲਿਸ ਅਫਸਰ ਜ਼ਿਆਦਾਤਰ ਜਿਹੜੇ ਸੀਨੀਅਰ ਅਫਸਰ ਹੁੰਦੇ ਆਪਣੇ ਆਫਿਸ ਦੇ ਵਿੱਚ ਬੈਠ ਕੇ ਆਰਡਰ ਕਰਦੇ ਆ ਹੇਠਾਂ ਮੁਲਾਜ਼ਮਾਂ ਨੂੰ, ਪਰ ਤੁਸੀਂ ਖੁਦ ਤੁਹਾਨੂੰ ਦੇਖਿਆ ਸੜਕਾਂ ਤੁਸੀਂ ਨਿਕਲ ਰਹੇ ਹੋ, ਨਾਈਟ ਕਰਫਿਊ ਦੇ ਤੁਸੀਂ ਆਪ ਜਾ ਰਹੇ ਹੋ, ਇੱਕ ਬਹੁਤ ਸ਼ਲਾਘਾਯੋਗ ਕਦਮ ਹੈਗਾ। ਬੇਸਿਕਲੀ ਸਾਡੀ ਡਿਊਟੀ ਹੈਗੀ ਆ ਜਿਹੜੀ ਲੋਕਾਂ ਦੀ ਸੇਵਾ ਕਰਨੀ। ਆਫਿਸ ਟਾਈਮ ਦੇ ਵਿੱਚ ਆਫਿਸ ਦਾ ਵਰਕ ਕਰਦੇ ਆ ਔਰ ਮੇਰਾ ਸ਼ਡਿਊਲ ਬਣਾਇਆ ਹੋਇਆ ਪ੍ਰੋਪਰ ਜੀ। ਪਬਲਿਕ ਡੀਲਿੰਗ ਦੇ ਟਾਈਮ ਮੇਰਾ ਟਾਈਮਿੰਗ ਜਿਹੜਾ ਹੈਗਾ ਲੰਚ ਤੋਂ ਪਹਿਲਾਂ ਆਲਮੋਸਟ ਆਫਿਸ 'ਚ ਜਿਹੜੀ ਪਬਲਿਕ ਦੀਆਂ ਕੋਈ ਪ੍ਰੋਬਲਮਸ ਹੈਗੀਆਂ ਉਹ ਸੋਲਵ ਕਰੀਦੀਆਂ ਜੀ। ਉਸ ਤੋਂ ਬਾਅਦ ਫੀਲਡ 'ਚ ਵੀ ਨਿਕਲੀਦਾ, ਜੇ ਮਾਰਨਿੰਗ ਫੀਲਡ 'ਚ ਨਿਕਲਣ ਦੀ ਲੋੜ ਆ ਮਾਰਨਿੰਗ ਟਾਈਮ ਵੀ ਨਿਕਲਦੇ ਆ ਜੀ। ਸਾਡੇ ਆਫਿਸਰਸ ਹੈਗੇ ਜਿੰਨੇ SHO ਸਾਹਿਬਾਨ, DSP ਸਾਹਿਬਾਨ ਸਾਡੇ ਜੀ, ਸਾਰੇ ਹੀ ਬਹੁਤ ਸ਼ਿੱਦਤ ਦੇ ਨਾਲ ਆਪਣਾ ਵਰਕ ਕਰ ਰਹੇ ਹੈਗੇ ਆ ਜੀ। ਪਰ ਨਾਲ ਦੀ ਨਾਲ ਪਬਲਿਕ ਦੇ ਸਹਿਯੋਗ ਤੋਂ ਬਿਨਾਂ, ਪ੍ਰੈਸ ਦੇ ਸਹਿਯੋਗ ਤੋਂ ਬਿਨਾਂ, ਜਾਂ ਕਹਿ ਲਈਏ ਇਲੈਕਟ੍ਰੋਨਿਕ ਮੀਡੀਆ ਆ, ਦੂਸਰਾ ਮੀਡੀਆ ਆ, ਸਾਰੇ ਹੀ ਜਦੋਂ ਵਰਕ ਕਰਦੇ ਹਾਂ ਆਪਾਂ ਜੀ ਐਜ਼ ਏ ਮੈਂਬਰ ਜੀ, ਇੱਕ ਐਜ਼ ਏ ਟੀਮ, ਤਾਂ ਉਹ ਬਹੁਤ ਵਧੀਆ ਮੈਸੇਜ ਜਾਂਦਾ ਔਰ ਲੋਕੀ ਇਹ 'ਤੇ ਅਵੇਅਰ ਵੀ ਹੁੰਦੇ ਆ ਜੀ। ਔਰ ਸਾਡੀ ਕੋਸ਼ਿਸ਼ ਆ ਵੀ ਪਬਲਿਕ ਸਾਡੀ ਫਗਵਾੜੇ ਦੀ ਨੂੰ ਜ਼ਿਆਦਾ ਪ੍ਰੋਬਲਮ ਨਾ ਆਵੇ ਜੀ। ਉਹ ਆਪਣੇ
ਤੰਦਰੁਸਤ ਰਹਿਣ ਜੀ। ਸਾਡੀ ਤਾਂ ਬੈਸਟ ਤਾਂ ਮੇਰੀ ਇਹੀ ਕੋਸ਼ਿਸ਼ ਹੈ, ਇਸ ਕਰਕੇ ਫੀਲਡ 'ਚ ਨਿਕਲਦੇ ਹਾਂ। ਸਰ ਫਗਵਾੜੇ ਦੇ ਲੋਕ ਕਈ ਵਾਰ ਗੱਲਬਾਤ ਕਰਦੇ ਆ, ਪੰਜਾਬ ਦੇ ਲੋਕ ਵੀ ਇਹ ਪੁੱਛਿਆ, ਉਹ ਕਹਿੰਦੇ ਆ ਵੀ ਜਦੋਂ ਵੋਟਾਂ ਹੁੰਦੀਆਂ, ਜਦੋਂ ਵੱਡੀਆਂ ਰੈਲੀਆਂ ਹੁੰਦੀਆਂ, ਜਦੋਂ ਕਾਫੀ ਫੰਕਸ਼ਨ ਵੱਡੇ ਵੱਡੇ ਹੁੰਦੇ ਆ, ਚਾਹੇ ਕੋਈ ਧਰਨਾ ਲੱਗਦਾ, ਉੱਥੇ ਕੋਈ ਪਾਲਣਾ ਨਹੀਂ ਕੀਤੀ ਜਾਂਦੀ। ਕਿ ਉੱਥੇ ਤਾਂ ਕਰੋਨਾ ਹੈ ਨਹੀਂ ਤੇ ਸਾਡੀਆਂ ਦੁਕਾਨਾਂ ਤੇ ਜਾਂ ਸਾਨੂੰ ਬੜੀ ਸਖਤੀ ਵਰਤ ਰਹੀ ਆ ਪੁਲਿਸ, ਇੱਥੇ ਕਰੋਨਾ ਕਿੱਥੋਂ ਆਇਆ? ਦੇਖੋ, ਜਦੋਂ ਅਸੀਂ ਵੀ ਕਿਸੇ ਨੂੰ ਕੋਲ ਜਾਂਦੇ ਆ ਨਾ, ਸਾਨੂੰ ਵੀ ਇਹੀ ਸਵਾਲ ਕਰਦੇ ਆ ਜੀ। ਫੋਰ ਐਗਜ਼ਾਮਪਲ ਜਿੱਥੇ ਇਲੈਕਸ਼ਨ ਚੱਲ ਰਹੀਆਂ ਆ, ਮੇਲੇ ਚੱਲ ਰਹੇ ਵੱਡੇ, ਜਿਵੇਂ ਜਸਟ ਹੁਣੀ ਕੁੰਭ ਦਾ ਮੇਲਾ ਹੋ ਕੇ ਹਟਿਆ ਜੀ, ਪਰ ਉਦੋਂ ਬਾਅਦ ਦੇਖੋ ਤੁਸੀਂ ਨਾ ਉੱਥੇ ਪ੍ਰੋਬਲਮ ਕਿੰਨੀ ਆ ਗਈ ਜੀ। ਉਹਨਾਂ ਸਟੇਟਾਂ ਵਿੱਚ ਵੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ ਆ ਜੀ। ਇਹ ਕਰੋਨਾ ਨੂੰ ਲੈ ਕੇ ਜਿਹੜੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਮੀਡੀਆ ਤੇ ਜੀ, ਖਾਸ ਕਰਕੇ ਸੋਸ਼ਲ ਮੀਡੀਆ ਤੇ ਜੀ, ਔਰ ਉਹਦੇ ਲਈ ਵੀ ਹੁਣ ਅਸੀਂ ਬਿਲਕੁਲ ਸਖਤੀ ਕਰਾਂਗੇ ਜੀ, ਵੀ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਵੀ ਬੁੱਕ ਕਰਾਂਗੇ, ਜਿਹੜੀਆਂ ਕਿ ਮਨਘੜਤ ਕਹਾਣੀਆਂ ਕਰੋਨਾ ਨੂੰ ਰਿਲੇਟਡ ਫੈਲਾ ਰਹੇ ਆ ਜੀ, ਉਹਦੇ ਤੇ ਵੀ ਅਸੀਂ ਕਾਰਵਾਈ ਕਰਾਂਗੇ। ਸਾਡੀ ਜਿਹੜੀ ਟੈਕਨੀਕਲ ਟੀਮ ਆ ਉਹ 'ਤੇ ਵਰਕ ਕਰ ਰਹੀ ਹੈ ਵੀ ਅਪਲੋਡ ਕਿੱਥੋਂ ਹੋਈ ਇਹ ਮੂਵੀ, ਜਿਹੜੀਆਂ ਅਫਵਾਹਾਂ ਫੈਲਾ ਰਹੇ ਆ ਜੀ। ਅਵੇਅਰ ਕਰਨਾ ਵਧੀਆ ਗੱਲ ਹੈਗੀ ਆ ਜੀ। ਪਰ ਨਾਲ ਦੀ ਨਾਲ ਆਪਾਂ ਦੇਖੀਏ ਨਾ ਆਪਣੀ ਡੈਥ ਰੇਟ ਕਿੰਨੀ ਹੋ ਗਈ ਹੈ ਜੀ। ਫੋਰ ਐਗਜ਼ਾਮਪਲ ਇੱਕ ਯੰਗ ਬੰਦਾ ਆ, ਉਹਨੂੰ ਕਰੋਨਾ ਹੋ ਵੀ ਗਿਆ ਪਰ ਉਹਨੂੰ ਹੈਲਥ ਵਾਈਜ਼ ਪ੍ਰੋਬਲਮ ਨਹੀਂ ਹੋਈ, ਪਰ ਉਹ ਕਰੋਨਾ ਲੈ ਕੇ ਮੂਵ ਕਰ ਰਿਹਾ ਆ। ਜੀ। ਹੁਣ ਉਹਦੇ ਘਰ ਦੇ ਵਿੱਚ ਹੀ ਉਹਦੇ ਬਜ਼ੁਰਗ, ਚਾਚੇ ਤਾਏ, ਮੰਮੀ ਡੈਡੀ, ਦਾਦਾ ਦਾਦੀ ਜਾਂ ਉਹਦੇ ਬੱਚੇ ਜੀ, ਜਿਹੜੇ ਕਿ ਹਾਲੇ ਕਰੋਨਾ ਨੂੰ ਲੜਨ ਲਈ ਤਿਆਰ ਨਹੀਂ ਹੋਏ, ਜੀ, ਉਹਨਾਂ ਦੇ ਸੈੱਲ ਪੂਰੇ ਡਿਵੈਲਪ ਨਹੀਂ ਹੋਏ ਜਾਂ ਬਜ਼ੁਰਗ ਹੋ ਗਏ ਆ, ਜੀ, ਉਹਨਾਂ ਨੂੰ ਡੈਥ ਰੇਟ ਜਿਹੜੀ ਹੈਗੀ ਆ ਉਹ ਵੱਧ ਰਹੀ ਆ। ਜੀ। ਹੋ ਸਕਦਾ ਜਿਹੜੇ ਉਹ ਬੰਦੇ ਇਹ ਸਵਾਲ ਕਰ ਰਹੇ ਉਹ ਫਿਜ਼ੀਕਲੀ ਉਹਨਾਂ ਦਾ ਇਮਿਊਨ ਸਿਸਟਮ ਸਟਰੋਂਗ ਹੈ, ਜੀ, ਨੋ ਡਾਊਟ ਵੀ ਉਹਨਾਂ ਦਾ ਹੋ ਸਕਦਾ ਸਟਰੋਂਗ ਹੋਵੇ, ਪਰ ਸਾਰੇ ਬੰਦਿਆਂ ਦਾ ਇਮਿਊਨ ਸਿਸਟਮ ਸਟਰੋਂਗ ਨਹੀਂ ਹੈਗਾ ਜੀ। ਔਰ ਮੇਰੀ ਉਹਨਾਂ ਸਾਰਿਆਂ ਨੂੰ ਭਰਾਵਾਂ ਨੂੰ ਬੇਨਤੀ ਹੈ, ਬਜ਼ੁਰਗਾਂ ਨੂੰ ਵੀ, ਜਿਹੜੇ ਕਈ ਬਜ਼ੁਰਗ ਵੀ ਹੈ ਉਹਨਾਂ ਦਾ ਇਮਿਊਨ ਸਿਸਟਮ ਬਹੁਤ ਸਟਰੋਂਗ ਹੈ ਜੀ, ਜਿਹੜੇ ਕਹਿੰਦੇ ਕਰੋਨਾ ਨਾਂ ਦੀ ਚੀਜ਼ ਹੀ ਕੋਈ ਨਹੀਂ, ਪਰ ਹੋ ਸਕਦਾ ਉਹ ਕੈਰੀ ਕਰਕੇ ਮੂਵ ਹੋ ਰਹੇ ਹੋਣ ਜੀ, ਉਹਨਾਂ ਨੂੰ ਫੀਲ ਨਹੀਂ ਹੋ ਰਿਹਾ ਜੀ। ਬਹੁਤ ਸਾਰੇ ਕੇਸਿਸ ਆਏ ਆਪਣੇ ਕੋਲ ਜਿਹੜੇ ਫੀਲਿੰਗ ਹੀ ਹੈ ਨਹੀਂ, ਉਹਨੂੰ ਕਰੋਨਾ ਦੀ ਕੋਈ ਸਿੰਪਟਮ ਨਹੀਂ ਹੈਗੇ ਪਰ ਪੋਜ਼ਿਟਿਵ ਹੈ ਜੀ। ਉਹ ਹੁਣ ਉਹਨਾਂ ਨੂੰ ਤਾਂ ਫੀਲਿੰਗ ਨਹੀਂ ਹੈਗੀ, ਉਹ ਤਾਂ ਹੈਲਥ ਵਾਈਜ਼ ਠੀਕ ਹੈਗੇ ਆ, ਪਰ ਨਾਲ ਦੀ ਨਾਲ ਇੱਕ ਤਰ੍ਹਾਂ ਨਾਲ ਉਹ ਬੰਬ ਦੀ ਤਰ੍ਹਾਂ ਕਹਿ ਲਈਏ ਵੀ ਉਹ ਫੈਲਾ ਰਹੇ ਆ ਉਹ ਜੀ। ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਸਮਾਜ ਲਈ, ਸਾਰਿਆਂ ਦੀ ਸਾਡੀ ਜ਼ਿੰਮੇਵਾਰੀ ਬਣਦੀ ਆ ਜੀ ਵੀ ਕਰੋਨਾ ਨੂੰ ਕਦੇ ਵੀ ਆਪਾਂ ਲਾਈਟਲੀ ਨਾ ਲਈਏ ਜੀ। ਆਪਣੇ ਨਾਲ ਦੇਖੋ ਵਰਲਡ ਦੇ ਵਿੱਚ ਹੈਗਾ, ਦੁਨੀਆ ਭਰ ਦੇ ਵਿੱਚ, ਅਮਰੀਕਾ, ਕੈਨੇਡਾ, ਇੰਗਲੈਂਡ, ਆਪਾਂ ਸਾਰੇ ਸੁਣਦੇ ਨਿਊਜ਼ ਦੇਖਦੇ ਆ ਜੀ ਵੀ ਸਾਰਿਆਂ ਨੇ ਲੋਕਡਾਊਨ ਕੀਤਾ ਹੋਇਆ। ਸਾਨੂੰ ਜਿਹੜੀਆਂ ਗਾਈਡਲਾਈਨਸ ਆਉਂਦੀਆਂ ਆ ਗਵਰਨਮੈਂਟਸ ਵੱਲੋਂ ਆਉਂਦੀਆਂ ਆ, ਪੰਜਾਬ ਗਵਰਨਮੈਂਟ ਵੱਲੋਂ ਆਉਂਦੀਆਂ, ਸਾਰੀਆਂ ਹੀ ਆਪਣੇ ਹੈਲਥ ਨਾਲ ਰਿਲੇਟਡ ਡਿਸਕਸ ਤੋਂ ਬਾਅਦ ਹੀ ਉਹ ਅਵੇਅਰ ਕਰਦੇ ਆ ਜੀ ਵੀ ਆਪਾਂ ਸਾਰਿਆਂ ਨੂੰ ਇਗਨੋਰ ਨਾ ਕਰੀਏ, ਔਰ ਜਿਹੜੀਆਂ ਗਵਰਨਮੈਂਟਸ ਦੀਆਂ ਪਾਲਣਾ, ਲੋਕਡਾਊਨ ਦੀ ਪਾਲਣਾ, ਕਰਫਿਊ ਦੀ ਪਾਲਣਾ, ਉਹਨੂੰ ਆਪਾਂ ਸਿੰਸੀਅਰਲੀ ਕਰੀਏ। ਸਰ ਪੁਲਿਸ ਲਈ ਇੱਕ ਬਹੁਤ ਵੱਡਾ ਚੈਲੰਜ ਆ, ਅਸੀਂ ਅਕਸਰ ਦੇਖਦੇ ਹਾਂ ਤੁਹਾਡੀ ਪੂਰੀ ਟੀਮ ਛੋਟੇ ਮੁਲਾਜ਼ਮ ਤੋਂ ਲੈ ਕੇ ਵੱਡੇ ਮੁਲਾਜ਼ਮ ਤੱਕ, ਚਾਹੇ ਸਿਟੀ SHO ਸਾਹਿਬ ਦੀ ਗੱਲ ਕਰ ਲਈਏ ਜਾਂ ਹੋਰ ਦੀ ਕਰ ਲਈਏ, ਉਹ ਰਾਤ ਦਿਨ ਸੜਕਾਂ 'ਤੇ ਦੌੜਦੇ ਆ, ਸਿਰਫ ਲੋਕਾਂ ਨੂੰ ਬਚਾਉਣ ਦੇ ਲਈ ਆਪਣੀ ਜਾਨ ਜੋਖਮ ਦੇ ਵਿੱਚ ਪਾ ਰਹੇ ਆ। ਪਰ ਕਈ ਵਾਰ ਜਿਵੇਂ ਕੋਈ ਦੁਕਾਨਦਾਰ ਹੁੰਦੇ ਆ ਜਾਂ ਕੋਈ ਕਿਸੇ ਨੇ ਮਾਸਕ ਨਹੀਂ ਪਾਇਆ ਜਾਂ ਕਿਸੇ ਵੀ ਤਰ੍ਹਾਂ, ਪਰ ਜਦੋਂ ਉਹਨਾਂ ਦੇ ਪੋਲੀਟੀਕਲ ਪ੍ਰੈਸ਼ਰ ਪੈ ਜਾਂਦਾ, ਕੋਈ ਕਹਿੰਦਾ ਜੀ ਅਸੀਂ MLA ਸਾਹਿਬ ਦੇ ਖਾਸ ਬੰਦੇ ਆ, ਕੋਈ ਕਹਿੰਦਾ ਜੀ ਅਸੀਂ MP ਸਾਹਿਬ ਦੇ ਖਾਸ ਬੰਦੇ ਆ, ਕੋਈ ਕਹਿੰਦਾ ਜੀ ਮੈਂ ਕਿਸੇ ਪਾਰਟੀ ਦਾ ਪ੍ਰਧਾਨ ਆ, ਤਾਂ ਉਸ ਵੇਲੇ ਤੁਹਾਨੂੰ ਲੱਗਦਾ ਨਹੀਂ ਪੁਲਿਸ ਤੇ ਅਸਰ ਪੈਂਦਾ ਵੀ ਯਾਰ ਅਸੀਂ ਰਾਤ ਦਿਨ ਡਟੇ ਹੋਏ ਯਾਰ, ਸਾਨੂੰ ਇਦਾਂ ਕਰ ਰਹੇ ਵੀ ਤੁਸੀਂ ਫੋਨ ਕਰ ਲਓ ਜੀ, ਸਾਹਿਬ ਨਾਲ ਗੱਲ ਕਰ ਲਓ? ਪੁਲਿਸ ਦਾ ਜਦੋਂ ਅਸੀਂ ਵਰਦੀ ਪਾ ਲਈ ਨਾ ਜੀ, ਖਾਕੀ ਪਾ ਲਈ ਆ ਜੀ, ਔਰ ਮੰਨ ਕੇ ਚੱਲਦੇ ਆ ਅਸੀਂ ਵੀ ਸਾਡੇ ਤੇ ਬਹੁਤ ਸਾਰੇ ਪ੍ਰੈਸ਼ਰਸ ਆਣੇ ਆ, ਪਰ ਜਿਹੜੇ ਤੁਸੀਂ MLA ਜਾਂ MP ਦੀ ਗੱਲ ਕੀਤੀ ਆ, ਕੋਈ ਵੀ MLA MP ਜੀ ਕਦੇ ਨਹੀਂ ਕਹਿੰਦਾ ਵੀ ਤੁਸੀਂ ਰੂਲ ਤੋੜੋ ਜੀ। ਇੱਕ ਵੀ ਮੈਨੂੰ ਤਾਂ ਕਦੇ ਕਾਲ ਨਹੀਂ ਆਈ ਜੀ। ਹਾਂ ਕੋਈ ਉਹਨਾਂ ਕੋਲ ਜਾਂਦੇ ਆ, ਕੋਈ ਬਜ਼ੁਰਗ ਗਿਆ, ਕੋਈ ਕਈ ਵਾਰੀ ਕੰਪਲੇਂਟਸ ਹੁੰਦੀਆਂ ਥੱਲੇ ਲੈਵਲ ਤੇ ਨਹੀਂ ਸੁਣੀਆਂ ਜਾਂਦੀਆਂ, ਉਹ ਸਾਡੇ ਕੋਲ ਆ ਜਾਂਦੇ, ਕਾਲਸ ਆਉਂਦੇ ਆ ਜੀ। ਪਰ ਕਰੋਨਾ ਨੂੰ ਲੈ ਕੇ ਜੀ ਵੀ ਕਹਿ ਲਈਏ ਵੀ ਕੋਈ ਪ੍ਰੈਸ਼ਰ ਤੁਹਾਡੇ ਸਾਹਮਣੇ ਹੀ ਹੈ। ਲਾਸਟ ਕੱਲ ਹੀ FIR ਦਰਜ ਕੀਤੀਆਂ, ਜੇ ਪ੍ਰੈਸ਼ਰ ਹੁੰਦਾ ਆਪਾਂ FIR ਨਹੀਂ ਦਰਜ ਕਰ ਸਕਦੇ ਸੀ। ਬਿਲਕੁਲ ਸਰ, ਤੁਹਾਡੀ ਮੈਂ ਗੱਲ ਕੱਟ ਰਿਹਾ, ਇਹ ਬਹੁਤ ਵੱਡਾ ਚੈਲੰਜ ਸੀ, ਸਾਰਿਆਂ ਦੀਆਂ ਨਿਗਾਹ ਟਿਕੀਆਂ ਸੀ, ਕਿਉਂਕਿ ਇਹ ਕਾਫੀ ਵੱਡੇ ਜਿਹੜੇ ਹੋਟਲ ਸੀਗੇ, ਕਾਫੀ ਵੱਡੀਆਂ ਸ਼ਾਪ ਸੀਗੀਆਂ, ਚਾਹੇ ਉਹਦੇ ਵਿੱਚ ਕਾਫੀ ਜਿਹੜੇ ਇਨਵੋਲਵ ਸੀਗੇ ਬੰਦੇ, ਉਹ ਵੀ ਬ੍ਰਾਂਡ ਸੀਗੇ ਸ਼ਹਿਰ ਦੇ, ਕੋਈ ਡਾਕਟਰ ਸਾਹਿਬਾਨ ਸੀਗੇ, ਕੋਈ ਬਿਜ਼ਨਸਮੈਨ ਵੱਡੇ ਸੀਗੇ। ਲੱਗ ਰਿਹਾ ਸੀ ਵੀ ਮਾਮਲਾ ਦੱਬ ਦੁੱਬ ਜਾਣਾ ਹੈਗਾ, ਵੀ ਕੋਈ ਨਾ ਕੋਈ ਸਪਾਰਸ਼ ਜਾਂ ਪ੍ਰੈਸ਼ਰ ਪੈ ਜਾਣਾ ਪੁਲਿਸ ਤੇ।
ਪਰ ਇਹ ਤੁਸੀਂ ਇੱਕ ਵੱਖਰਾ ਹੀ ਕੰਮ ਕੀਤਾ, ਐਕਸ਼ਨ ਲਿਆ ਉਹਨਾਂ ਤੇ ਵੀ। ਇਹਦੇ ਵਿੱਚ ਫਾਇਦਾ ਇਹ ਹੋਇਆ ਜਿਹੜੇ ਆਮ ਲੋਕ ਆ, ਨਹੀਂ ਤਾਂ ਉਹਨਾਂ ਦੀ ਮੂਵਮੈਂਟ ਉੱਠਣੀ ਸੀ ਸੋਸ਼ਲ ਮੀਡੀਆ ਤੋਂ, ਉਹਨਾਂ ਨੇ ਵੀ ਪੁਲਿਸ ਦੇ ਸਵਾਲ ਚੱਕਣੇ ਸੀ। ਹੁਣ ਉਹਨਾਂ ਨੂੰ ਮਨ ਨੂੰ ਕਿਤੇ ਨਾ ਕਿਤੇ ਸ਼ਾਂਤੀ ਪਹੁੰਚੀ ਆ ਵੀ ਕੋਈ ਰਿਕਸ਼ੇ ਵਾਲਾ ਉੱਤੇ ਵੀ ਕਾਰਵਾਈ ਹੋ ਰਹੀ ਆ, ਕੋਈ ਵੱਡਾ ਬਿਜ਼ਨਸਮੈਨ ਉੱਤੇ ਵੀ ਕਾਰਵਾਈ ਹੋ ਰਹੀ ਆ। ਦੇਖੋ, ਪੰਜਾਬ ਸਰਕਾਰ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਔਰ ਸੀਨੀਅਰ ਆਫਿਸਰਸ ਵੱਲੋਂ ਬੜੀਆਂ ਕਲੀਅਰ ਕੱਟ ਗਾਈਡਲਾਈਨਸ ਹੈਗੀਆਂ, ਉਹਦੇ 'ਚ ਕੋਈ ਕਿੰਤੂ ਪਰੰਤੂ ਨਹੀਂ ਹੈਗਾ। ਜਿਹੜਾ ਲੋਕਡਾਊਨ ਦੀਆਂ ਸਾਡੀਆਂ ਸ਼ਰਤਾਂ ਆ ਉਹਨੂੰ ਲਾਗੂ ਕਰਾਉਣਾ ਸਾਡੀ ਡਿਊਟੀ ਆ ਜੀ। ਉਹਦੇ 'ਚ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ ਆ ਜੀ। ਕਈ ਜੇ ਕਹੀਏ ਨਾ ਵੀ ਕੋਈ ਬਹੁਤ ਵੱਡੇ ਬੰਦੇ ਆ ਵੀ ਉਹ ਕਰਫਿਊ ਨੂੰ ਬ੍ਰੇਕ ਕਰਨਗੇ, ਫੋਰ ਐਗਜ਼ਾਮਪਲ ਤੌਰ ਤੁਸੀਂ ਹੋਟਲ ਦੀ ਗੱਲ ਕਰਦੇ ਹੋ ਜੀ। ਸਾਰਿਆਂ ਲਈ ਰੂਲ ਤਾਂ ਇੱਕੋ ਹੀ ਹੈ ਜੀ। ਔਰ ਉਹ ਰੂਲ ਸਾਰਿਆਂ ਨੂੰ ਫੋਲੋ ਕਰਨੇ ਪੈਣਗੇ। ਔਰ ਮੇਰੀ ਸਾਰਿਆਂ ਨੂੰ ਬੇਨਤੀ ਵੀ ਆ ਵੀ ਰੂਲ ਮੁਤਾਬਕ ਜੋ ਲਾਅ ਬਣਾਇਆ ਗਿਆ ਆ 30 ਤਰੀਕ ਤੱਕ ਹੈਗਾ ਉਹਨੂੰ ਸਾਰੇ ਫੋਲੋ ਕਰਨ, ਨਹੀਂ ਤਾਂ ਸਾਡੇ ਲਈ ਸਾਰੇ ਇੱਕੋ ਜਿਹੇ ਹੀ ਆ। ਬੇਸ਼ੱਕ ਉਹ ਵੱਡਾ ਕੋਈ ਵਪਾਰੀ ਆ, ਚਾਹੇ ਉਹ ਰੇਹੜੀ ਲਾਉਣ ਵਾਲਾ ਆ ਜੀ। ਹਾਂ, ਉਹਨਾਂ ਨੂੰ ਕੋਈ 5-7 ਮਿੰਟ ਅੱਗੇ ਪਿੱਛੇ ਹੋਏਗਾ ਉਹਨੂੰ ਵਾਰਨ ਕੀਤਾ ਜਾ ਸਕਦਾ ਜੀ। ਪਰ ਜੇ ਕਹੀਏ ਆਪਾਂ ਘੰਟਾ 2-2 ਘੰਟੇ ਆਪਾਂ ਬ੍ਰੇਕ ਕਰਾਂਗੇ ਲਾਅ ਨੂੰ, ਕਿਉਂਕਿ ਸਾਰੇ ਅਵੇਅਰ ਅੱਜ ਕੱਲ੍ਹ ਜੀ। ਔਰ ਸਾਰਿਆਂ ਦੇ ਕੋਲ ਹੀ ਅੱਜ ਕੱਲ੍ਹ ਮੋਬਾਈਲ ਹੈ ਜੀ। ਉੱਤੇ ਫੋਟੋ ਆਉਂਦੀ ਆ, ਮੂਵੀ ਬਣਦੀ ਆ ਔਰ ਸਾਨੂੰ ਪ੍ਰੂਫ ਵੀ ਮਿਲਦੇ ਆ, ਤੇ ਜਿਨ੍ਹਾਂ ਦਾ ਕੋਈ ਐਵੀਡੈਂਸ ਹੋਊਗੀ ਉਹ 'ਤੇ ਕਾਰਵਾਈ ਹੋਊਗੀ, ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੀ। ਸਰ, ਜਿਹੜੇ ਹੋਟਲ ਜਾਂ ਰੈਸਟੋਰੈਂਟ ਹੈਗੇ ਆ ਉਹਨਾਂ ਲਈ ਕੀ ਗਾਈਡਲਾਈਨਸ ਹੈਗੀਆਂ? ਕੀ ਉਹ ਡਾਈਨ ਇਨ ਕਰ ਸਕਦੇ ਆ ਕੋਈ ਟਾਈਮ ਤੋਂ ਪਹਿਲਾਂ, ਜਾਂ ਸਿਰਫ ਟੇਕ ਅਵੇ ਹੈਗਾ? ਨਹੀਂ, ਇਹ ਬਿਲਕੁਲ ਕਲੀਅਰ ਕੱਟ ਹੈਗੀਆਂ। ਜਿਹੜੀ ਇਹ ਹੋਟਲ ਰੈਸਟੋਰੈਂਟ ਆ ਉਹ ਬਿਲਕੁਲ ਟੇਕ ਅਵੇ ਆ ਉਹਨਾਂ ਦਾ 30 ਤਰੀਕ ਤੱਕ ਜੀ। ਔਰ 30 ਤੋਂ ਬਾਅਦ ਜਿਹੜੀਆਂ ਨਵੀਆਂ ਗਾਈਡਲਾਈਨਸ ਹੋਣਗੀਆਂ ਉਹਨੂੰ ਫੋਲੋ ਕਰਾਂਗੇ। 30 ਤੱਕ ਤਾਂ ਬਿਲਕੁਲ ਟੇਕ ਅਵੇ ਆ, ਔਰ ਇਨ ਸਿਟਿੰਗ ਕੋਈ ਵੀ ਉਹਨਾਂ ਦਾ ਨਹੀਂ ਹੈਗਾ ਜੀ। ਔਰ ਜੇ ਉਹ ਕਰਨਗੇ ਵਾਇਲੇਟ ਤਾਂ ਅਸੀਂ ਉਹਨਾਂ 'ਤੇ ਕਾਰਵਾਈ ਕਰਾਂਗੇ ਜੀ। ਜਿਵੇਂ ਬਾਜ਼ਾਰਾਂ ਦੇ ਵਿੱਚ ਰਸ਼ ਵੱਧ ਰਿਹਾ, ਜਿਵੇਂ ਦੁਕਾਨਦਾਰ ਬੈਠੇ ਹੈਗੇ ਜਾਂ ਉੱਥੇ ਅੰਦਰ ਕਸਟਮਰ ਜਾ ਰਹੇ ਹੈਗੇ, ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ? ਬੇਸਿਕਲੀ ਸਭ ਤੋਂ ਪਹਿਲਾਂ ਤਾਂ ਮੈਂ ਪਬਲਿਕ ਨੂੰ ਹੀ ਕਹਿਣਾ ਚਾਹਾਂਗਾ ਵੀ ਬਹੁਤ ਜ਼ਰੂਰੀ ਕੋਈ ਸਮਾਨ ਲੈਣ ਜਾਣਾ ਜੀ। ਜੇ ਸਮਾਨ ਲੈਣ ਜਾਣਾ, ਫੋਰ ਐਗਜ਼ਾਮਪਲ ਮੈਡੀਸਨ ਲੈਣ ਜਾਣਾ, 2 ਜਾਣੇ ਨਾ ਜਾਓ ਜੀ। ਤੇ ਨਾਲ ਆਪਣਾ ਕਹਿੰਦਾ ਆ ਯਾਰ ਆਪਾਂ ਦਵਾਈ ਲੈ ਕੇ ਆਈਏ, ਇਕੱਲੇ ਬੰਦਾ ਜਾਵੇ ਉੱਥੇ ਜੀ। ਔਰ ਆਪਣਾ ਡਿਸਟੈਂਸ ਮੇਨਟੇਨ ਰੱਖੇ, ਮਾਸਕ ਪਾ ਕੇ ਜਾਵੇ ਜੀ। ਪ੍ਰੋਪਰ। ਪਲੱਸ ਸ਼ਾਪਕੀਪਰਸ ਨੂੰ ਵੀ ਮੈਂ ਬੇਨਤੀ ਕਰਾਂਗਾ, ਫੋਰ ਐਗਜ਼ਾਮਪਲ ਤੌਰ 'ਤੇ ਇੱਕ ਮੈਂ ਪੈਟਰੋਲ ਪੰਪ 'ਤੇ ਦੇਖਿਆ, ਬਹੁਤ ਵਧੀਆ ਉਹਨਾਂ ਨੇ ਲਾਇਆ ਹੋਇਆ ਸੀਗਾ ਆਪਣਾ ਫਲੈਕਸ ਜੀ। ਮਾਸਕ ਨਹੀਂ ਤੇ ਪੈਟਰੋਲ ਨਹੀਂ ਜੀ। ਇਸ ਤਰ੍ਹਾਂ ਹੀ ਸਾਰੇ ਸ਼ਾਪਕੀਪਰਾਂ ਨੂੰ ਵੀ ਮੇਰੀ ਬੇਨਤੀ ਆ, ਚਾਹੇ ਉਹ ਵੱਡਾ ਚਾਹੇ ਛੋਟਾ ਆ ਜੀ, ਵੀ ਇਹੋ ਜਿਹੇ ਕੋਈ ਆਪਣੇ ਤੌਰ ਤੇ ਵੀ ਇਨੀਸ਼ੀਏਟਿਵ ਲੈਣ ਉਹ ਜੀ, ਵੀ ਜਿਹਦੇ ਨਾਲ ਕਸਟਮਰ ਵੀ ਅਵੇਅਰ ਹੋਣ ਔਰ ਉਹਨਾਂ ਨੂੰ ਵੀ ਬੈਨੀਫਿਟ ਹੋਵੇ, ਕਿਉਂਕਿ ਉਹ ਬਹੁਤ ਬੰਦਿਆਂ ਨੂੰ ਮਿਲਦੇ ਆ, ਉਹਨਾਂ ਨੂੰ ਵੀ ਕਰੋਨਾ ਹੋ ਸਕਦਾ ਜੀ, ਕਿਸੇ ਬੰਦੇ ਤੋਂ ਜੀ। ਔਰ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਆ ਵੀ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣ ਜੀ, ਔਰ ਮਾਸਕ ਪ੍ਰੋਪਰ ਪਾ ਕੇ ਰੱਖਣ, ਡਾਈਟ ਦਾ ਆਪਣੀ ਦਾ ਪੂਰਾ ਖਿਆਲ ਰੱਖਣ, ਜੀ। ਜਿਹਦੇ ਨਾਲ ਸਾਡਾ ਇਮਿਊਨ ਸਿਸਟਮ ਸਟਰੋਂਗ ਰਹੇ। ਸਰ, ਤੁਸੀਂ ਫਗਵਾੜਾ ਦੇ ਵਿੱਚ ਸੀਨੀਅਰ ਅਫਸਰ ਹੋ, ਤੁਸੀਂ ਜਿਵੇਂ ਤੁਹਾਡੇ ਮੁਲਾਜ਼ਮ ਹੈਗੇ ਆ ਉਹਨਾਂ ਦਾ ਧਿਆਨ ਰੱਖਣਾ ਵੀ ਤੁਹਾਡਾ ਫਰਜ਼ ਹੈਗਾ। ਤੁਸੀਂ ਉਹ ਵੀ ਜਿਹੜੇ ਕਿ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ, ਹਾਲਾਂਕਿ ਤੁਸੀਂ ਵੀ ਹੋਟਲ ਦੇ ਵਿੱਚ ਗਏ, ਕੱਲ੍ਹ ਗਏ, ਤੁਹਾਡੇ ਲਈ ਵੀ ਖਤਰਾ, ਕਿਉਂਕਿ ਕਰੋਨਾ ਨੇ ਕੋਈ ਦੇਖਣਾ ਨਹੀਂ ਕੌਣ ਅਮੀਰ ਕੋਈ ਗਰੀਬ ਕੋਈ ਅਫਸਰ, ਹਰੇਕ ਨੂੰ ਉਹ ਫੜਦਾ। ਪਰ ਪੁਲਿਸ ਕਾਫੀ ਵਧੀਆ ਕਾਰਜਕਾਰੀ ਕਰ ਰਹੀ ਆ। ਜਿਹੜੇ ਪੁਲਿਸ ਮੁਲਾਜ਼ਮ ਫਰੰਟ ਲਾਈਨ ਤੇ ਹੈਗੇ ਆ, ਲੋਕਾਂ ਨੂੰ ਜਾ ਕੇ ਸਮਝਾ ਰਹੇ ਆ, ਆਪ ਇਸ ਅੱਗ ਵਿੱਚ ਵੜ ਰਹੇ ਆ, ਉਹਨਾਂ ਦੀ ਸੇਫਟੀ ਲਈ ਕੀ ਕਰ ਰਹੇ ਹੋ? ਬੇਸਿਕਲੀ ਤਾਂ ਸਾਰਿਆਂ ਨੂੰ ਗਾਈਡ ਕੀਤਾ ਹੋਇਆ ਵੀ ਜੇ ਕਿਸੇ ਨੂੰ ਥੋੜੀ ਵੀ ਪ੍ਰੋਬਲਮ ਆਉਂਦੀ ਹੈ ਜੀ, ਉਹ ਇਮੀਡੀਏਟਲੀ ਟੈਸਟਿੰਗ ਕਰਾਵੇ ਜੀ। ਔਰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਗਾਈਡ ਕੀਤਾ ਵੀ ਰੋਟੀ ਪਾਣੀ ਜਿਹੜਾ ਵੀ ਟਾਈਮਿੰਗ ਤੇ ਖਾਓ, ਡਾਈਟ ਆਪਣੀ ਦਾ ਖੁਦ ਖਿਆਲ ਰੱਖੋ ਜੀ, ਜਿਹਦੇ ਨਾਲ ਇਮਿਊਨ ਸਿਸਟਮ ਸਟਰੋਂਗ ਹੋਵੇ, ਉਹੋ ਜਿਹੀ ਡਾਈਟ ਜ਼ਰੂਰ ਲਓ। ਵਿਟਾਮਿਨ ਸੀ ਦੇ ਟੈਬਲੇਟਸ ਹੈਗੇ ਆ, ਉਹ ਸਾਰਿਆਂ ਨੂੰ ਪਹਿਲਾਂ ਤਾਂ ਅਸੀਂ ਪ੍ਰੋਵਾਈਡ ਕਰਾਏ ਸੀ, ਹੁਣ ਵੀ ਅਸੀਂ ਪ੍ਰੋਵਾਈਡ ਕਰਾਵਾਂਗੇ ਜੀ। ਤੇ ਪਰੰਤੂ ਬੜੀ ਸਸਤੀ ਜੀ ਗੋਲੀ ਆ, ਉਹ ਟੈਬਲੇਟਸ ਹੈਗੀ ਆ, ਹਰ ਬੰਦਾ ਅਫੋਰਡ ਕਰ ਸਕਦਾ ਆ। ਔਰ ਸਾਰਿਆਂ ਨੂੰ ਡੇਲੀ ਦੀਆਂ 2 ਟੈਬਲੇਟਸ ਵੀ ਕਹਿ ਰਹੇ ਆ ਵੀ 2 ਲੈਣੀਆਂ, ਇੱਕ ਸਵੇਰੇ ਲੈ ਲਓ, ਇੱਕ ਸ਼ਾਮ ਨੂੰ ਲੈ ਲਓ, ਵਿਟਾਮਿਨ ਸੀ ਦੀਆਂ ਜਿਹੜੀਆਂ ਹੈਗੀਆਂ। ਪਲੱਸ ਸਾਨੂੰ ਜਿਹੜੀ ਪ੍ਰੋਬਲਮ ਆਉਂਦੀ ਆ, ਫੋਰ ਐਗਜ਼ਾਮਪਲ ਅਸੀਂ ਬੰਦਾ ਜਦੋਂ ਕੋਈ ਰੈਸਟ ਕਰਦੇ ਆ ਜੀ, ਜਦੋਂ ਉਹ ਪੋਜ਼ਿਟਿਵ ਆ ਜਾਂਦਾ ਨਾ ਜੀ, ਦੈਨ ਸਾਨੂੰ ਪ੍ਰੋਬਲਮ ਆਉਂਦੀ ਆ। ਫੋਰ ਐਗਜ਼ਾਮਪਲ ਅਸੀਂ 302 ਦਾ ਹੁਣੀ ਸਦਰ ਥਾਣੇ 'ਚ ਬੰਦਾ ਅਰੈਸਟ ਕੀਤਾ, ਉਹ ਪੋਜ਼ਿਟਿਵ ਆ ਗਿਆ ਜੀ। ਹੁਣ ਜਿਹੜੇ ਬਿਲਕੁਲ ਉਹਦੇ ਕਲੋਜ਼ ਸੀਗੇ ਬੰਦੇ, ਉਹਨਾਂ ਦੀ ਅਸੀਂ ਹੁਣ ਟੈਸਟਿੰਗ ਕਰਾ ਰਹੇ ਹਾਂ ਜੀ। ਉਹਨਾਂ ਵੀ ਉਹ ਅੱਗੇ ਸਾਰੇ ਥਾਣੇ ਤੋਂ, ਕਿਉਂਕਿ ਮੁਲਾਜ਼ਮ ਛੋਟਾ ਆ, ਉਹ ਐਸਐਚਓ ਨੂੰ ਮਿਲਦਾ, ਐਸਐਚਓ ਸਾਨੂੰ ਮਿਲਦਾ, ਮੈਂ ਤੁਹਾਨੂੰ ਮਿਲ ਰਿਹਾ ਆ, ਅੱਗੇ ਉਹ ਫੈਲੇ ਨਾ ਜੀ। ਅਗਰ ਉਹਨਾਂ 'ਚੋਂ ਕੋਈ ਪੋਜ਼ਿਟਿਵ ਜਾਂ ਆਇਆ, ਸਾਨੂੰ ਲੱਗ ਤਾਂ ਨਹੀਂ ਰਿਹਾ ਜੀ,
ਕੋਈ ਸਿੰਪਟਮ ਨਹੀਂ ਦਿਖ ਰਹੇ ਜੀ ਉਹਨਾਂ 'ਚ ਕਿਸੇ 'ਚ ਵੀ ਜੀ ਪਰ ਫਿਰ ਵੀ ਉਹਨਾਂ ਦੇ ਅਸੀਂ ਟੈਸਟ ਕਰਾ ਰਹੇ ਹਾਂ। ਜਿਨ੍ਹਾਂ ਨੇ ਉਹਨਾਂ ਨੂੰ ਅਰੈਸਟ ਕੀਤਾ ਸੀ ਔਰ ਜਿਹੜੇ ਉਹਨੂੰ ਜੇਲ੍ਹ ਛੱਡ ਕੇ ਆਏ ਆ ਜੀ ਉਹਨਾਂ ਨੂੰ ਅਸੀਂ ਟੈਸਟਿੰਗ ਕਰਾ ਰਹੇ ਹਾਂ। ਔਰ ਹੋਰ ਵੀ ਮੁਲਾਜ਼ਮ ਆਪਾਂ ਨੂੰ ਅਵੇਅਰ ਕਰਦੇ ਹਾਂ ਵੀ ਆਪਣੀ ਫੈਮਿਲੀ ਦੇ ਜਦੋਂ ਘਰੇ ਜਾਣਾ ਆ ਜੀ ਤੁਸੀਂ ਬਜ਼ੁਰਗਾਂ ਦਾ, ਕਿਉਂਕਿ ਬਹੁਤ ਸਾਰੇ ਪਬਲਿਕ ਨੂੰ ਮਿਲਦੇ ਮੁਲਾਜ਼ਮ ਸਾਡੇ, ਜੀ ਉਹਨਾਂ ਨੂੰ ਉਸ ਔਰ ਹੁਣ ਅਵੇਅਰ ਆ ਆਲਮੋਸਟ ਤਕਰੀਬਨ ਸਾਰੇ ਮੁਲਾਜ਼ਮ। ਔਰ ਜਿਹੜੇ ਸਾਡੇ 55 ਪਲੱਸ ਮੁਲਾਜ਼ਮ ਹੈ ਜੀ ਉਹ ਅਸੀਂ ਕੋਸ਼ਿਸ਼ ਕਰਦੇ ਵੀ ਉਹ ਫੀਲਡ 'ਚ ਡਿਊਟੀ ਨਾ ਕਰਨ, ਜੀ ਉਹ ਥਾਣੇ 'ਚ ਬੈਠ ਕੇ ਲੇਖਾ ਪੜ੍ਹੀ ਦਾ ਕੰਮ ਕਰ ਲੈਣ ਜੀ ਔਰ ਉਹਨਾਂ ਦੀ ਅਸੀਂ ਡਿਊਟੀ ਫੀਲਡ 'ਚ ਕੋਸ਼ਿਸ਼ ਹੈ ਸਾਡੀ ਵੀ ਨਾ ਲੱਗੇ ਉਹਦੀ। ਸਰ ਪਿਛਲੇ ਦਿਨਾਂ ਤੁਸੀਂ ਕਾਫੀ ਸਰਗਰਮੀਆਂ ਕਰ ਰਹੇ ਹੋ, ਤੁਸੀਂ ਪੋਲੀਟੀਕਲ ਬੰਦਿਆਂ ਨਾਲ ਮੀਟਿੰਗਸ ਕਰ ਰਹੇ ਆ, ਤੁਸੀਂ ਦੁਕਾਨਦਾਰਾਂ ਨਾਲ ਵੀ ਕਰ ਰਹੇ ਆ, ਤੁਸੀਂ ਜਿਹੜੇ ਸੋਸ਼ਲ ਹੈਗੇ ਆ ਲੋਕ ਉਹਨਾਂ ਨਾਲ ਮੀਟਿੰਗ ਕਰ ਰਹੇ ਹੋ, ਕਿੱਦਾਂ ਦਾ ਤੁਹਾਨੂੰ ਸਪੋਰਟ ਮਿਲ ਰਹੀ ਉਹਨਾਂ ਤੋਂ? ਨਹੀਂ ਦੇਖੋ, ਮੇਰੀ ਜਸਟ ਆਲ ਐਸੋਸੀਏਸ਼ਨ ਦੀ ਮੀਟਿੰਗ ਅਸੀਂ ਕੀਤੀ ਸੀਗੀ ਆਪਣੇ ਕਾਰਪੋਰੇਸ਼ਨ ਆਫਿਸ ਦੇ ਵਿੱਚ। ਸਾਰੀਆਂ ਐਸੋਸੀਏਸ਼ਨ ਆਈਆਂ ਸੀਗੀਆਂ ਔਰ ਉਹਨਾਂ ਵੱਲੋਂ ਬਹੁਤ ਵਧੀਆ ਰਿਸਪੌਂਸ ਆਇਆ ਜੀ ਔਰ ਬਹੁਤ ਸਹਿਯੋਗ ਕਰ ਰਹੇ ਸਾਡੇ ਨਾਲ ਜੀ। ਔਰ ਮੇਰੀ ਅੱਗੇ ਵੀ ਇਹੀ ਉਹਨਾਂ ਨੂੰ ਗੁਜ਼ਾਰਿਸ਼ ਵੀ ਆ ਵੀ ਸਾਡਾ ਸਹਿਯੋਗ ਤੋਂ ਬਿਨਾ ਇਕੱਲੀ ਪੁਲਿਸ ਕੁਝ ਨਹੀਂ ਕਰ ਸਕਦੀ ਜੀ। ਔਰ ਸਾਰੀ ਐਸੋਸੀਏਸ਼ਨ ਜਿੰਨੀਆਂ ਵੀ ਆਈਆਂ ਸੀ ਸਾਡੀਆਂ ਸਾਰੇ ਸਤਿਕਾਰਯੋਗ ਹੈਗੇ ਆ। ਬੇਸਿਕਲੀ ਅਸੀਂ ਕਿਸੇ ਨੂੰ ਪ੍ਰੋਬਲਮ ਕ੍ਰੀਏਟ ਨਹੀਂ ਕਰਨਾ ਚਾਹੁੰਦੇ ਵੀ ਉਹਨਾਂ ਦਾ ਬਿਜ਼ਨਸ ਕਿਸੇ ਤਰ੍ਹਾਂ ਕੋਈ ਰੁਕਾਵਟ ਬਣੀਏ ਜੀ, ਪਰੰਤੂ ਉਹ ਰੂਲ ਫੋਲੋ ਕਰਨ ਜੀ। ਬਸ ਇੰਨੀ ਮੇਰੀ ਬੇਨਤੀ ਆ। ਔਰ ਮੈਂ ਅੱਗੇ ਤੋਂ ਵੀ ਸਾਰੀ ਐਸੋਸੀਏਸ਼ਨ ਨੂੰ ਤੁਹਾਡੇ ਜਰੀਏ ਬੇਨਤੀ ਵੀ ਕਰੂੰਗਾ ਵੀ ਆਪਣੇ ਜਿੰਨੇ ਵੀ ਉਹਨਾਂ ਦੇ ਸ਼ਾਪਕੀਪਰ ਐਸੋਸੀਏਸ਼ਨ ਦੇ ਥੱਲੇ ਲੱਗੇ ਹੋਏ ਵਰਕਰ ਹੈਗੇ ਆ ਜੀ, ਉਹ ਸਾਰਿਆਂ ਨੂੰ ਪ੍ਰੋਪਰ ਜਿਸ ਤਰ੍ਹਾਂ ਉਦੋਂ ਮੀਟਿੰਗ 'ਚ ਵੀ ਡਿਸਾਈਡ ਹੋਇਆ ਸੀ ਜੀ। ਔਰ ਉਹਨਾਂ ਨੇ ਵੀ ਕਿਹਾ ਸੀ ਇਨੀਸ਼ੀਏਟਿਵ ਲੈ ਕੇ ਵੀ ਅਸੀਂ ਵੀ ਆਪਣੇ ਲੈਵਲ ਤੇ ਅਵੇਅਰ ਕਰਾਂਗੇ ਸਾਰਿਆਂ ਨੂੰ ਜੀ। ਔਰ ਕਰ ਵੀ ਰਹੇ ਆ ਉਹ ਜੀ ਸਰ, ਜਿਵੇਂ ਤੁਸੀਂ ਹੁਣ ਦੱਸਿਆ ਹੈਗਾ ਵੀ ਤੁਸੀਂ ਕਾਫੀ ਸਰਗਰਮੀ ਵੀ ਕਰ ਰਹੇ ਹੈਗੇ ਪਰ ਜਿਹੜੇ ਪੁਲਿਸ ਮੁਲਾਜ਼ਮ ਹੈਗੇ ਆ ਉਹਨਾਂ ਤੁਸੀਂ ਫੀਲਡ ਵਿੱਚ ਨਹੀਂ ਭੇਜ ਰਹੇ। ਕਾਫੀ ਜਿਹੜੇ ਲੋਕਾਂ ਨੂੰ ਕਈ ਵੇਲੇ ਕੋਈ ਰੌਲਾ ਰੱਪਾ ਪੈ ਜਾਂਦਾ, ਕੋਈ ਲੜਾਈ ਝਗੜਾ ਹੋ ਜਾਂਦਾ, ਜੇ ਪੁਲਿਸ ਕੋਲ ਕੰਮ ਹੈਗਾ ਕਿ ਉਹ ਪੁਲਿਸ ਥਾਣੇ ਆ ਸਕਦੇ ਆ ਜਾਂ ਕਿੰਨੀ ਗਿਣਤੀ ਦੇ ਵਿੱਚ ਆ ਸਕਦੇ ਆ? ਜੇ ਉਹਨਾਂ ਨੂੰ ਪ੍ਰੋਬਲਮ ਹੈਗੀ ਪੁਲਿਸ ਕੋਲ ਆਉਣ ਦੀ ਲੋੜ ਆ, ਉਹ ਕਿੱਦਾਂ ਤੁਹਾਡੇ ਨਾਲ ਤਾਲਮੇਲ ਕਰ ਸਕਦੇ ਆ? ਮੇਰੀ ਉਹਨਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਸਾਡੀਆਂ ਹੈਲਪਲਾਈਨ ਨੰਬਰਸ ਹੈਗੀਆਂ 112 ਹੈਗੀ ਆ, 181 ਹੈਗੀ ਆ ਜੀ। ਫਸਟ ਤੇ ਪੁਲਿਸ ਸਟੇਸ਼ਨ ਆਉਣ ਦੀ ਬਜਾਏ ਉਹ ਕਾਲ ਕਰਨ, ਸਾਡੇ ਮੁਲਾਜ਼ਮ ਉਹਨਾਂ ਕੋਲ ਚੱਲ ਜਾਣਗੇ ਜੀ। ਉਹਨਾਂ ਨੂੰ ਇਕੱਠੇ ਹੋ ਕੇ ਆਉਣ ਦੀ ਲੋੜ ਨਹੀਂ ਹੈਗੀ। ਹਾਂ, ਕਿਉਂਕਿ ਕੰਪਲੇਂਟਸ ਜ਼ਿਆਦਾ ਹੋਣ ਕਰਕੇ ਥੋੜਾ ਡਿਲੇ ਹੋ ਸਕਦਾ ਜੀ, ਪਰ ਮੁਲਾਜ਼ਮ 100% ਉੱਥੇ ਪਹੁੰਚਣਗੇ ਜੀ। ਔਰ ਕੋਸ਼ਿਸ਼ ਕਰਾਂਗੇ ਵੀ ਬਿਲਕੁਲ ਰਾਈਟ ਟਾਈਮ ਹੀ ਪਹੁੰਚਣ ਉਹ ਜੀ। ਔਰ 112 ਐਂਡ 181 ਜੀ ਦੋਨਾਂ ਤੇ ਹੀ ਕਾਲ ਕਰ ਸਕਦੇ ਆ। ਔਰ ਪਲੱਸ ਮੇਰੀ ਬੇਨਤੀ ਹੈ ਕਿ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਕੰਪਲੇਂਟਾਂ ਨਹੀਂ ਹੈਗੀਆਂ ਆਪਾਂ ਉਹਨੂੰ ਥੋੜ੍ਹੇ ਦਿਨ 10 ਦਿਨ ਅੱਗੇ ਵੀ ਪਾ ਸਕਦੇ ਹਾਂ। ਬਹੁਤ ਸਾਰੀਆਂ ਹੁੰਦੀਆਂ ਜੀ। ਡਿਸਪਿਊਟਡ ਪ੍ਰੋਪਰਟੀ ਡਿਸਪਿਊਟ ਦੀਆਂ ਹੁੰਦੀਆਂ ਜਾਂ ਮੈਟਰੀਮੋਨੀਅਲ ਡਿਸਪਿਊਟ ਹੁੰਦੇ ਆ ਜਿਨ੍ਹਾਂ ਦੀਆਂ ਕੰਪਲੇਂਟ ਸਾਡੇ ਕੋਲ ਚੱਲਦੀਆਂ, ਉਹ ਬਹੁਤ ਸਾਰੀ ਵੱਡੀ ਪੰਚਾਇਤ 'ਚ ਆ ਜਾਂਦੇ ਸਾਡੇ ਕੋਲ। ਕਈ ਵਾਰੀ ਲੜਕੀ ਵਾਲੇ 10-12 ਬੰਦੇ ਹੋ ਜਾਂਦੇ ਆ, ਲੜਕੇ ਵਾਲੇ 10-12 ਹੋ ਜਾਂਦੇ ਆ, ਉਹ 20-25 ਬੰਦੇ ਇਕੱਠੇ ਹੋ ਜਾਂਦੇ ਆ ਜੀ। ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਹਾਲੇ ਫਿਲਹਾਲ 30 ਤੱਕ ਅਸੀਂ ਉਹਨਾਂ ਨੂੰ ਟਾਈਮ ਘੱਟ ਦਿੱਤਾ ਹੋਇਆ, ਦੇ ਨਹੀਂ ਰਹੇ ਅਸੀਂ ਜੀ। ਇਸ ਕਰਕੇ ਉਹ 30 ਤੋਂ ਬਾਅਦ ਦੇਵਾਂਗੇ। ਜੇ ਗਾਈਡਲਾਈਨਸ ਅੱਗੇ ਆਈਆਂ ਤਾਂ ਫਿਰ ਉਸ ਹਿਸਾਬ ਨਾਲ ਟਾਈਮ ਸੈੱਟ ਕਰਾਂਗੇ ਅਸੀਂ। ਫਿਲਹਾਲ ਸਾਰਿਆਂ ਨੂੰ ਉਹਨਾਂ ਨੂੰ ਇਹੀ ਬੇਨਤੀ ਹੈ ਵੀ ਜੇ ਤੁਸੀਂ ਬਹੁਤ ਐਮਰਜੈਂਸੀ ਆ 2 ਤੋਂ 3 ਜਣੇ ਆ ਕੇ ਸਾਨੂੰ ਆਪਣੀ ਪ੍ਰੋਬਲਮ ਦੱਸ ਸਕਦੇ ਆ। ਉਹ ਜ਼ਿਆਦਾ ਵੱਡੇ ਇਕੱਠ ਵਿੱਚ ਸਾਡੇ ਕੋਲ ਨਾ ਆਉਣ, ਜਿਹਦੇ ਨਾਲ ਕਿ ਆਉਣ ਵਾਲੇ ਟਾਈਮ 'ਚ ਸਾਨੂੰ ਔਰ ਪਬਲਿਕ ਨੂੰ ਜ਼ਿਆਦਾ ਕਰੋਨਾ ਦੀ ਮਹਾਮਾਰੀ ਤੋਂ ਆਪਾਂ ਸ਼ਿਕਾਰ ਹੋ ਜਾਈਏ। ਸਰ ਤੁਸੀਂ ਲੋਕਾਂ ਨੂੰ ਕਾਫੀ ਵੱਡੇ ਪੱਧਰ 'ਤੇ ਜਾਗਰੂਕਤਾ ਕਰ ਰਹੇ ਹੈਗੇ, ਤੁਸੀਂ ਦੱਸ ਰਹੇ ਹੋ ਵੀ ਆਹ ਟਾਈਮ ਹੈਗਾ ਇਸ ਦੇ ਨਾਲ ਨਿਕਲੋ, ਇਹਦੀਆਂ ਆਹ ਗਾਈਡਲਾਈਨਸ ਹੈਗੀਆਂ। ਤੁਹਾਡੇ ਮੁਤਾਬਕ ਪੂਰੇ ਲੋਕ ਜਾਗਰੂਕ ਹੋ ਚੁੱਕੇ ਜਾਂ ਅਜੇ ਵੀ ਕੋਈ ਜਿਵੇਂ ਆਟੋ ਰਿਕਸ਼ਾ ਹੈਗਾ ਜਾਂ ਕਿੱਦਾਂ ਅਨਾਉਂਸਮੈਂਟਾਂ ਕਰਾਉਣ ਦੀ ਜਾਂ ਕਿਸੇ ਹੋਰ ਤਰੀਕੇ ਦੀ ਲੋੜ ਹੈਗੀ ਆ? ਨਹੀਂ, ਉਹ ਸਾਡੀ ਜਿਵੇਂ ਸਿਵਲ ਡਿਪਾਰਟਮੈਂਟ ਵਾਲੇ ਵੀ ਲੱਗੇ ਹੋਏ ਆ, ਸਾਡੇ ਹੁਣ ਨੋਡਲ ਅਫਸਰ ਪ੍ਰੋਪਰ ਬਣ ਗਏ ਆ ਸਾਰੇ, ਨਾਲ ਪੁਲਿਸ ਮੁਲਾਜ਼ਮ ਪਲੱਸ ਤਹਿਸੀਲਦਾਰ, ਨਾਇਬ ਤਹਿਸੀਲਦਾਰ, SDM, ਹੈਲਥ ਦੀ ਟੀਮ, ਡਾਕਟਰਸ ਦੀ ਟੀਮ। ਪਹਿਲਾਂ ਅਸੀਂ ਫੀਲਡ ਦੇ ਵਿੱਚ ਟੈਸਟਿੰਗ ਸਟਾਰਟ ਕੀਤੀਆਂ ਸੀਗੀਆਂ ਵੀ ਜਿਹੜੇ ਨੇ ਮਾਸਕ ਨਹੀਂ ਪਾਇਆ ਟੈਸਟ ਕਰਾਂਗੇ ਜੀ। ਔਰ ਹੋਰ ਵੀ ਗਾਈਡਲਾਈਨਸ ਜਿੱਦਾਂ ਸਾਨੂੰ ਗਵਰਨਮੈਂਟਸ ਵੱਲੋਂ ਆਉਣੀਆਂ ਉਹਨੂੰ ਅਸੀਂ ਫੋਲੋ ਕਰਦੇ ਹਾਂ ਜੀ। ਔਰ ਮੇਰੀ ਜਿਹੜੀ ਹੁਣ ਲੇਟੈਸਟ ਕਹਿ ਲਈਏ ਵੀ ਇਸ ਟਾਈਮ ਜੋ ਸਿਚੁਏਸ਼ਨ ਆ, ਸਾਨੂੰ ਸਾਰਿਆਂ ਨੂੰ ਹੀ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਸਾਨੂੰ ਇਹਨੂੰ ਸਮਝਣਾ ਚਾਹੀਦਾ। ਔਰ ਅਵੇਅਰ ਆਲਮੋਸਟ ਸਾਲ ਹੋ ਗਿਆ ਆਪਾਂ ਨੂੰ, ਮੈਨੂੰ ਨਹੀਂ ਲੱਗਦਾ ਵੀ ਕਿਸੇ ਬੰਦੇ ਨੂੰ ਨਹੀਂ ਨੌਲੇਜ ਵੀ ਉਹ ਅਵੇਅਰ ਨਹੀਂ ਹੈਗਾ ਜੀ। ਪਰ ਕਈ ਵਾਰੀ ਉਹ ਅਣਜਾਣੇ ਵਿੱਚ ਔਰ ਕੁਝ ਜਾਣਬੁੱਝ ਕੇ ਜਿਹੜੇ ਜਾਣਬੁੱਝ ਕੇ ਕਰਦੇ ਉਹਨਾਂ ਤੋਂ ਕਿਸੇ ਤਰ੍ਹਾਂ ਦੀ ਮਾਫੀ ਨਹੀਂ ਹੈਗੀ ਜੀ। ਅਣਜਾਣੇ ਵਿੱਚ 7 ਕੋਈ ਹੋ ਗਿਆ ਹੈਪਨ, ਉਹਨੂੰ ਅਸੀਂ ਵਾਰਨਿੰਗ ਦੇ ਕੇ ਛੱਡ ਵੀ ਦਿੰਦੇ ਆ ਜੀ। ਪਰ ਕਈ ਬੰਦੇ ਹੁੰਦੇ ਆ ਬਗੈਰ ਗੱਲੋਂ 4 ਜਣੇ ਗੋਲ ਗੱਫੇ ਖਾਣ ਆ ਗਏ ਜੀ,
ਵੀ ਕੋਈ ਇੰਨਾ ਜਦੋਂ ਵੀ ਪਤਾ ਵੀ ਹੁਣ ਟਾਈਮ ਹੋ ਗਿਆ ਐਮਰਜੈਂਸੀ ਨਹੀਂ ਹੈਗੀ ਵੀ ਗੋਲ ਗੱਪਿਆਂ ਤੋਂ ਬਿਨਾਂ ਹੀ ਜੀਂਦੇ ਨਹੀਂ ਰਹਿ ਸਕਦੇ ਜੀ ਉਦਾਹਰਨ ਦੇ ਤੌਰ ਤੇ ਮੈਂ ਕਹਿ ਰਿਹਾ ਜੀ। ਪਰ ਉਹਨੂੰ ਅਸੀਂ ਜੇ ਖਾਣੇ ਆ ਥੋੜਾ ਐਡਵਾਂਸ ਆ ਜਾਓ ਵੀ ਇਹ ਨਹੀਂ ਵੀ ਅਸੀਂ 8 ਵਜੇ ਹੀ ਖਾਣ ਜਾਣਾ ਆ ਜੀ। 8 ਵਜੇ ਜਦੋਂ ਕਰਫਿਊ ਸਟਾਰਟ ਹੋ ਗਿਆ ਤੇ ਕਰਫਿਊ ਦਾ ਮਤਲਬ ਹੈ ਵੀ ਆਪਣੇ ਆਪਣੇ ਘਰਾਂ 'ਚ ਰਹੋ ਜੀ। ਔਰ ਉਹਦੇ 'ਚ ਅਸੀਂ ਸਾਰੇ ਸੇਫ ਹਾਂ। ਸਰ ਮੇਰਾ ਲਾਸਟ ਸਵਾਲ ਹੈਗਾ, ਤੁਸੀਂ ਵੀ ਜਾਣਾ, ਤੁਹਾਡੇ ਫੋਨ ਆ ਰਿਹਾ, ਮੈਨੂੰ ਇੱਕ ਗੱਲ ਦੱਸੋ, ਜਿਵੇਂ ਤੁਸੀਂ ਤਾਂ ਆਪਣੀ ਬਖੂਬੀ ਡਿਊਟੀ ਨਿਭਾ ਰਹੇ ਆ, ਫਗਵਾੜੇ ਦੀਆਂ ਸਿਆਸੀ ਪਾਰਟੀਆਂ ਭਾਵੇਂ ਕੋਈ ਵੀ ਲਾ ਲਓ, ਕਾਂਗਰਸ ਬੀਜੇਪੀ ਅਕਾਲੀ, ਕੋਈ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਹੇ, ਉਹ ਵੱਡੇ ਇਕੱਠ ਵੀ ਕਰ ਰਹੇ ਹੈਗੇ ਆ, ਉਹ ਵੱਡੀਆਂ ਜਦੋਂ ਕੋਈ ਆਹ ਵੋਟਰ ਲਿਸਟਾਂ ਨੂੰ ਲੈ ਕੇ ਨਾਅਰੇਬਾਜ਼ੀ ਧਰਨੇ ਲਾਉਂਦੇ ਉਦੋਂ ਕਾਫੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਜਾ ਰਹੇ ਹੈਗੇ ਆ, ਤੇ ਉਹ ਕਾਫੀ ਸਾਰੇ ਸਿਆਣੇ ਵੀ ਲੋਕ ਹੈਗੇ ਆ, ਸੂਝਵਾਨ ਵੀ ਹੈਗੇ ਆ, ਉਹ ਫਿਰ ਵੀ ਇਹੋ ਜਿਹੀਆਂ ਗਲਤੀਆਂ ਕਰ ਰਹੇ ਆ, ਉਹਨਾਂ ਨੂੰ ਕੀ ਕਹੋਗੇ? ਮੇਰੀ ਆਲਮੋਸਟ ਇਹਨਾਂ ਦੇ ਜਿਹੜੇ ਮੇਨ ਲੀਡਰਸ ਆ ਸਾਰਿਆਂ ਨਾਲ ਹੀ ਗੱਲ ਹੋ ਗਈ ਹੈ ਜੀ, ਔਰ ਉਹਨਾਂ ਨੂੰ ਇਸ ਬਾਰੇ ਅਵੇਅਰ ਵੀ ਕਰ ਦਿੱਤਾ। ਜੇ ਕੋਈ ਓਬਜੈਕਸ਼ਨ ਹੈਗਾ ਇਲੈਕਸ਼ਨ ਨਾਲ ਰਿਲੇਟਡ, ਜਿਸ ਵਾਰਡ ਦਾ ਹੈਗਾ ਉਸ ਵਾਰਡ ਦੇ 2 ਬੰਦੇ ਆ ਕੇ ਜਾਂ 3 ਬੰਦੇ ਆ ਕੇ ਆਪਣੇ ਕਿਸੇ ਮੋਹਤਵਾਰ ਨਾਲ ਆ ਕੇ ਓਬਜੈਕਸ਼ਨ ਦੇ ਦੇਣ ਉਹ ਐਸਡੀਐਮ ਨੂੰ ਜੀ, ਔਰ ਉੱਤੇ ਵੀ ਉਨੀ ਹੀ ਕਾਰਵਾਈ ਹੋਣੀ ਹੈ। ਜੇ ਤੁਸੀਂ 20 ਬੰਦੇ ਜਾਓਗੇ ਉੱਤੇ ਵੀ ਉਨੀ ਕਾਰਵਾਈ ਹੋਣੀ ਹੈ ਜੀ। ਓਬਜੈਕਸ਼ਨ ਤਾਂ ਇੱਕ ਬੰਦਾ ਵੀ ਦਿਓ ਉੱਤੇ ਵੀ ਉਹੀ ਕਾਰਵਾਈ ਹੋਣੀ ਹੈ ਜੀ, ਕਿਉਂਕਿ ਬਕਾਇਦਾ ਓਬਜੈਕਸ਼ਨ ਤੇ ਨੰਬਰਿੰਗ ਲੱਗਦੀ ਆ, ਉਹਨੂੰ ਸੋਲਵ ਕਰਨਾ ਆ। ਔਰ ਉਹ ਐਸਡੀਐਮ ਮੈਡਮ ਹੈਗੇ ਆਪਣੇ ਬਹੁਤ ਨਾਈਸ ਹੈਗੇ ਆ, ਉਹ ਵਧੀਆ ਵਰਕ ਕਰ ਰਹੇ ਹੈਗੇ ਆ ਜੀ। ਔਰ ਓਬਜੈਕਸ਼ਨ ਤਾਂ ਓਬਜੈਕਸ਼ਨ ਹੀ ਹੈ, 20 ਬੰਦਿਆਂ ਦਾ ਵੀ ਉਹੀ ਕੰਮ ਹੈ, 10 ਦਾ ਵੀ। ਉਹ ਸਾਰਿਆਂ ਨੇ ਮੈਨੂੰ ਵਿਸ਼ਵਾਸ ਦਿਵਾਇਆ, ਸਾਰੀਆਂ ਪਾਰਟੀਆਂ ਨੇ, ਵੀ ਅਸੀਂ ਜੇ ਕੋਈ ਓਬਜੈਕਸ਼ਨ ਹੋਊਗਾ ਵੀ ਅਸੀਂ ਮਿਨੀਮਮ 1 ਜਾਂ 2 ਬੰਦੇ ਆ ਕੇ ਓਬਜੈਕਸ਼ਨ ਦੇ ਦਾਂਗੇ ਜੀ, ਅੱਗੇ ਤੋਂ ਅਸੀਂ ਨਹੀਂ ਕੱਟ ਕਰਾਂਗੇ। ਸਾਰੀਆਂ ਹੀ ਪਾਰਟੀਆਂ ਆਲਮੋਸਟ ਜਿੰਨੀਆਂ ਆਪਣੀਆਂ ਫਗਵਾੜੇ ਦੀਆਂ ਹੈਗੀਆਂ, ਲੋਕਲ ਹੈਗੀਆਂ ਜੀ, ਔਰ ਹੁਣ ਤਾਂ ਈਵਨ ਕਿ ਰੂਲਿੰਗ ਪਾਰਟੀਜ਼ ਨੇ ਵੀ ਕਹਿ ਦਿੱਤਾ ਵੀ ਹਾਲੇ ਜਦੋਂ ਤੱਕ ਇਹ ਕਰੋਨਾ ਹੈਗਾ ਵੀ ਕੋਈ ਵੀ ਨੁੱਕੜ ਮੀਟਿੰਗ ਜਾਂ ਕੋਈ ਹਾਲੇ ਆਪਾਂ ਨਹੀਂ ਕਰਨੀ ਆ, ਉਹਨਾਂ ਨੇ ਬੰਦ ਕੀਤੀਆਂ ਹੋਈਆਂ। ਸੋ ਆਮ ਪਬਲਿਕ ਨੂੰ ਲਾਸਟ 'ਚ ਕੀ ਸੁਨੇਹਾ ਦੋਗੇ ਸਰ? ਮੇਰੀ ਦੇਖੋ ਲਾਸਟ ਇਹੀ ਬੇਨਤੀ ਆ ਵੀ ਮੈਂ ਨਹੀਂ ਚਾਹੁੰਦਾ ਵੀ ਜਾਂ ਮੇਰਾ ਕਪੂਰਥਲਾ ਡਿਸਟ੍ਰਿਕਟ ਫਗਵਾੜਾ ਜਿੰਨੇ ਵੀ ਪੁਲਿਸ ਪ੍ਰਸ਼ਾਸਨ ਆ, ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਸ ਕਰੋਨਾ ਮਹਾਮਾਰੀ ਨੂੰ ਨਿਪਟਾ ਸਕਦੇ ਹਾਂ। ਔਰ ਫੋਰ ਐਗਜ਼ਾਮਪਲ ਦੇ ਤੌਰ ਤੇ ਕੱਲ ਦੇ ਦਿਨ ਵਿੱਚ ਹੀ ਅਸੀਂ 7 FIRਆਂ ਵਾਇਲੇਸ਼ਨ ਦੀਆਂ ਕੀਤੀਆਂ, ਜਿਹੜੀਆਂ ਕਿ ਅਸੀਂ ਨਹੀਂ ਵੀ ਚਾਹੁੰਦੇ ਵੀ ਲੋਕੀ ਨਾ ਵਾਇਲੇਸ਼ਨ ਕਰਨ, ਪਰ ਕੁਝ ਬੰਦਿਆਂ ਨੂੰ ਬਾਰ-ਬਾਰ ਸਮਝਾਉਣ ਦੇ ਬਾਵਜੂਦ, ਔਰ ਜਿੰਨੀਆਂ ਇਹ 7 FIRਆਂ ਮੇਰੇ ਕੋਲ ਫੜੀਆਂ ਹੋਈਆਂ ਆ, ਇਹ ਉਹ ਬੰਦੇ ਆ ਜਿਨ੍ਹਾਂ ਨੂੰ ਅਸੀਂ 2 ਵਾਰੀ ਸਮਝਾ ਚੁੱਕੇ ਹਾਂ ਜੀ। ਔਰ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਆਪਣੇ ਆਪ ਹੀ ਸਿਆਣੇ ਬਣੋ। ਜੋ ਗਾਈਡਲਾਈਨਸ ਆਈਆਂ, ਅੱਜ ਕੱਲ੍ਹ ਹਰ ਬੰਦੇ ਨੂੰ ਗਾਈਡਲਾਈਨਸ ਦਾ ਪਤਾ ਆ, ਉਹਨੂੰ ਫੋਲੋ ਕਰੋ। ਪਰਮਾਤਮਾ ਤੰਦਰੁਸਤੀ ਦੇਵੇ ਸਾਰਿਆਂ ਨੂੰ। ਜਾਨ ਹੈ ਤੇ ਜਹਾਨ ਹੈ ਜੀ। ਔਰ ਪੈਸੇ ਅਸੀਂ ਫਿਰ ਵੀ ਕਮਾ ਲਾਂਗੇ ਜੇ ਜੀਂਦੇ ਰਹੇ ਤਾਂ ਜੀ। ਜੇ ਪੈਸੇ ਕਮਾ ਵੀ ਲਏ ਤੇ ਜੀਂਦੇ ਨਾ ਰਹੇ, ਆਪਣਾ ਕੋਈ ਨੁਕਸਾਨ ਕਰਾ ਲਿਆ ਜੀ, ਉਸ ਤੋਂ ਵੱਡੀ ਬੇਵਕੂਫੀ ਮੈਂ ਨਹੀਂ ਸਮਝਦਾ। ਮੇਰੀ ਸਾਰਿਆਂ ਨੂੰ ਬੇਨਤੀ ਆ, ਸਾਰੇ ਹੀ ਫਗਵਾੜਾ ਨਿਵਾਸੀਆਂ ਨੂੰ, ਵੀ ਆਪਣਾ ਵੀ ਖਿਆਲ ਰੱਖੋ, ਆਪਣੇ ਪਰਿਵਾਰ ਦਾ ਵੀ ਰੱਖੋ, ਆਪਣੇ ਦੋਸਤਾਂ ਦਾ ਵੀ ਖਿਆਲ ਰੱਖੋ। ਔਰ ਜੇ ਤੁਸੀਂ ਤੰਦਰੁਸਤ ਆ ਤੇ ਅਸੀਂ ਤੰਦਰੁਸਤ ਹੈਗੇ ਆ। ਔਰ ਪ੍ਰਮਾਤਮਾ ਕਰੇ ਤੁਹਾਡੀ ਲੰਬੀ ਉਮਰ ਹੋਵੇ ਔਰ ਇਸ ਮਹਾਮਾਰੀ ਤੋਂ ਆਪਾਂ ਸਾਰੇ ਇਕੱਠੇ ਰਲ ਕੇ ਬਾਹਰ ਨਿਕਲੀਏ। ਥੈਂਕ ਯੂ। ਇਹ ਸਨ ਫਗਵਾੜਾ ਦੇ SP ਸਰਦਾਰ ਸਰਬਜੀਤ ਸਿੰਘ ਬਾਈਆ ਜੀ, ਜਿਨ੍ਹਾਂ ਨੇ ਖਾਸ ਤੌਰ ਤੇ ਅਪੀਲ ਕੀਤੀ ਹੈ। ਸੋ ਲੋਕਾਂ ਨੂੰ ਵੀ ਇਹ ਅਪੀਲ ਮੰਨ ਲੈਣੀ ਚਾਹੀਦੀ ਹੈ, ਕਿਉਂਕਿ ਚਾਹੇ ਆਪਾਂ ਪੁਲਿਸ ਮੁਲਾਜ਼ਮਾਂ ਦੀ ਗੱਲ ਕਰ ਲਈਏ, ਵੀ ਕਿਸੇ ਭੈਣ ਦੇ ਭਰਾ ਆ, ਮਾਂ ਦੇ ਪੁੱਤ ਆ, ਬੱਚਿਆਂ ਦੇ ਮਾਂ-ਬਾਪ ਆ, ਸਾਨੂੰ ਇਹਨਾਂ ਦੀ ਹਰ ਇੱਕ ਕਹੀ ਹੋਈ ਗੱਲ, ਜਿਹੜੀ ਗਾਈਡਲਾਈਨ ਆ, ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਖਾਸ ਤੌਰ 'ਤੇ ਜੇ ਇਹਨਾਂ ਦੀ ਗੱਲ ਕਰ ਲਈਏ ਤਾਂ ਇਹ ਆਪ ਫੀਲਡ ਦੇ ਵਿੱਚ ਜਾ ਕੇ ਲੋਕਾਂ ਨੂੰ ਸਮਝਾ ਵੀ ਰਹੇ ਆ, ਲੋਕਾਂ ਨੂੰ ਸਹੀ ਦੱਸ ਰਹੇ ਆ ਵੀ ਤੁਸੀਂ ਆਪਣੀ ਜਾਨ ਬਚਾਉਣੀ ਆ ਤਾਂ ਇਸ ਤੋਂ ਆਪਣਾ ਬਚਾਅ ਰੱਖੋ। ਜੇਕਰ ਆਪਾਂ ਇਹਨਾਂ ਦੀ ਕਾਰਜਸ਼ੈਲੀ ਦੀ ਗੱਲ ਕਰੀਏ ਤਾਂ ਹਰ ਇੱਕ ਸਿਆਸੀ ਪਾਰਟੀਆਂ, ਚਾਹੇ ਕੋਈ ਵੀ ਸਿਆਸੀ ਪਾਰਟੀ ਹੈਗੀ ਆ, ਉਹ ਇਹਨਾਂ ਦੇ ਕੰਮਕਾਰ ਤੋਂ ਕਾਫੀ ਸੰਤੁਸ਼ਟੀ ਵੀ ਪ੍ਰਗਟਾ ਰਹੀਆਂ ਆ, ਜੋ ਇੱਕ ਅਹਿਮ ਜਿਹੜਾ ਸੀਨੀਅਰ ਅਫਸਰ ਦਾ ਰੋਲ ਹੁੰਦਾ ਬਖੂਬੀ ਨਿਭਾ ਰਹੇ ਹੈਗੇ ਆ। ਸੋ ਸਾਨੂੰ ਸਾਰਿਆਂ ਨੂੰ ਜੋ ਇਹ ਗਾਈਡਲਾਈਨ, ਜਿੱਦਾਂ ਦੀ ਵੀ ਗਾਈਡਲਾਈਨ ਦੇ ਰਹੇ ਆ, ਸਾਨੂੰ ਉਹ ਅਸੈਪਟ ਕਰਨੀ ਚਾਹੀਦੀ ਹੈ ਤੇ ਇਹਨਾਂ ਦੇ ਕਹਿਣ ਅਨੁਸਾਰ ਚੱਲਣਾ ਚਾਹੀਦਾ, ਕਿਉਂਕਿ ਫਾਇਦਾ ਇਹਦੇ ਵਿੱਚ ਘੁੰਮ ਘੁਮਾ ਕੇ ਤੁਹਾਡਾ ਹੀ ਹੋਣਾ ਆ। ਸੋ ਆਪਣੀ ਸੇਫਟੀ ਲਈ, ਆਪਣੇ ਪਰਿਵਾਰ ਦੀ ਸੇਫਟੀ ਲਈ ਸਰਕਾਰ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਹਰ ਇੱਕ ਅਪੀਲ ਹੈਗੀ ਆ, ਉਹ ਮੰਨਣੀ ਚਾਹੀਦੀ ਆ। ਧੰਨਵਾਦ। You are watching now HD Show.